ਹੈਲੋ एवरीवन सो ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਨਵਰੀ 2023 ਦੇ ਕਰੰਟ ਅਫੇਅਰਸ ਦਾ ਪਾਰਟ 1 ਡਿਸਕਸ ਕਰਾਂਗੇ ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕਰੰਟ ਅਫੇਅਰ ਹੈ ਕਿ ਅਗਰ ਆਪਾਂ ਸਟੇਟਮੈਂਟਸ ਦੇਖੀਏ ਰਿਗਾਰਡਿੰਗ ਗਲੋਬਲ ਐਕਸ਼ਨ ਪਲਾਨ ਔਨ ਚਾਈਲਡ ਵੇਸਟਿੰਗ ਤਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟਸ ਕਰੈਕਟ ਨਹੀਂ ਹੈ। ਪਹਿਲਾ ਐਕਸ਼ਨ ਪਲਾਨ ਦਾ ਏਮ ਹੈ ਪ੍ਰੀਵੈਂਟ ਕਰਨਾ ਡਿਟੈਕਟ ਕਰਨਾ ਤੇ ਟ੍ਰੀਟ ਕਰਨਾ ਐਕਿਊਟ ਮਾਲਨਿਊਟ੍ਰੀਸ਼ਨ ਨੂੰ ਅਮੰਗ ਚਿਲਡਰਨ ਇਨ ਵਰਸਟ ਅਫੈਕਟਡ ਕੰਟਰੀਜ਼। ਅਕਸ਼ੇ ਪੱਤਰਾ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹ ਮਿਨਿਸਟਰੀ ਆਫ ਵਿਮਨ ਤੇ ਚਾਈਲਡ ਡਿਵੈਲਪਮੈਂਟ ਨਾਲ ਮਿਲ ਕੇ ਰਿਸਪੌਂਸਿਬਲ ਹੈ ਇੰਪਲੀਮੈਂਟੇਸ਼ਨ ਦੇ ਲਈ ਇਹ ਐਕਸ਼ਨ ਪਲਾਨ ਦੇ ਲਈ ਮਤਲਬ ਇੰਡੀਆ ਦੇ ਵਿੱਚ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈ। ਦੇਖੋ ਇਹਦੇ ਵਿੱਚ ਸੈਕਿੰਡ ਸਟੇਟਮੈਂਟ ਗਲਤ ਹੈ। ਠੀਕ ਹੈ ਜੀ। ਅਗਰ ਆਪਾਂ ਦੇਖੀਏ ਤਾਂ ਜਿਹੜੀ 5 ਯੂਨਾਈਟਿਡ ਨੇਸ਼ਨ ਏਜੰਸੀਜ਼ ਹੈ ਓਕੇ ਉਹ ਮਿਲ ਕੇ ਕੰਮ ਕਰ ਰਹੀਆਂ ਨੇ ਗਲੋਬਲ ਐਕਸ਼ਨ ਪਲਾਨ ਔਨ ਚਾਈਲਡ ਵੇਸਟਿੰਗ ਦੇ ਉੱਪਰ। ਸੋ ਕਿਹੜੀ ਹੈ FAO that is Food and Agriculture Organization, UNHCR that is United Nations Refuge Agency, UNICEF that is United Nations Children's Fund, WFP that is Food World Program, WHO World Health Organization। ਅਗਰ ਆਪਾਂ ਏਮ ਦੇਖੀਏ ਇਹਦਾ ਕੀ ਹੈ ਪ੍ਰੀਵੈਂਟ ਡਿਟੈਕਟ ਤੇ ਟ੍ਰੀਟ ਕਰਨਾ ਐਕਿਊਟ ਮਾਲਨਿਊਟ੍ਰੀਸ਼ਨ ਬੱਚਿਆਂ ਦੇ ਵਿੱਚ ਇਨ ਵਰਸਟ ਅਫੈਕਟਡ ਕੰਟਰੀਜ਼ ਕਿਹੜੀਆਂ ਅਫਗਾਨਿਸਤਾਨ, ਬੁਰਕੀਨਾ ਫਾਸੋ, ਚੈਡ, ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ, ਇਥੋਪੀਆ, ਹੇਥੀ, ਕੀਨੀਆ, ਮੈਡਾਗਾਸਕਰ, ਮਾਲੀ, ਨਾਈਜਰ, ਨਾਈਜੀਰੀਆ, ਸੋਮਾਲੀਆ, ਸਾਊਥ ਸੁਡਾਨ ਤੇ ਯਮਨ। ਓਕੇ ਹੁਣ ਜਿਹੜੀ ਏਜੰਸੀਜ਼ ਹੈ ਉਹਨਾਂ ਨੇ ਕਿਹਾ ਕਿ ਡਿਸੀਜ਼ਿਵ ਤੇ ਟਾਈਮਲੀ ਐਕਸ਼ਨ ਲੈਣਾ ਚਾਹੀਦਾ ਪ੍ਰੀਵੈਂਟ ਕਰਨ ਦੇ ਲਈ ਇਹ ਕ੍ਰਾਈਸਿਸ ਨੂੰ ਕਿ ਇਹ ਵਰਲਡ ਦੀ ਮੋਸਟ ਵਨਰੇਬਲ ਟ੍ਰੈਜੇਡੀ ਨਾ ਬਣ ਜੇ ਚਿਲਡਰਨਸ ਦੇ ਲਈ। ਓਕੇ ਸੋ ਬਸ ਇਹ ਯਾਦ ਰੱਖਿਓ ਕਿ ਇਹਦੇ ਵਿੱਚ ਕਿਹੜੀ ਏਜੰਸੀਜ਼ ਸ਼ਾਮਿਲ ਹੈ। ਇਹ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸ਼ਾਮਿਲ ਹੈ ਨਾ ਕਿ ਅਕਸ਼ੇ ਪਾਤਰ ਫਾਊਂਡੇਸ਼ਨ ਮਿਨਿਸਟਰੀ ਆਫ ਵੂਮਨ ਤੇ ਚਾਈਲਡ ਡਿਵੈਲਪਮੈਂਟ। ਸੋ ਇਹਦੇ ਵਿੱਚ ਸੈਕਿੰਡ ਸਟੇਟਮੈਂਟ ਰੋਂਗ ਹੈ ਬਾਕੀ ਉੱਪਰਲੀ ਸਟੇਟਮੈਂਟ ਕਰੈਕਟ ਹੈ। ऐसे क्वेश्चन आ जाते हैं इंटरनेशनल ऑर्गेनाइजेशन ਨਾਲ ਰਿਲੇਟਡ ਸਪੈਸ਼ਲੀ ਅਗਰ ਤੁਸੀਂ ਅੱਗੇ ਜਾ ਕੇ ਨੈਬ ਤਹਿਸੀਲਦਾਰ ਵਗੈਰਾ ਦਾ ਐਗਜ਼ਾਮ ਦੇਣਾ। ਉਹ ਤੋਂ ਬਾਅਦ ਨੈਕਸਟ ਹੁਣ ਇਹਦੇ ਵਿੱਚ ਪੁੱਛਿਆ ਹੋਇਆ ਕਿ ਜਿਹੜੀ ਇਹ ਸਟੇਟਮੈਂਟਸ ਹੈ ਇਹ ਕਿਹੜੇ ਫੈਸਟੀਵਲ ਨਾਲ ਰਿਲੇਟਡ ਹੈ। ਅਗਰ ਤੁਸੀਂ ਸਬ ਇੰਸਪੈਕਟਰ ਦਾ ਦੇਖਿਆ ਹੋ ਤਾਂ ਫੈਸਟੀਵਲਸ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨਸ ਆਉਂਦੇ ਆ। ਸੋ ਇਹ ਸੈਲੀਬ੍ਰੇਟ ਹੁੰਦਾ ਅਸਾਮ ਦੇ ਵਿੱਚ ਤੇ ਹਾਰਵੈਸਟਿੰਗ ਸੀਜ਼ਨ ਦਾ ਐਂਡ ਮੰਨਿਆ ਜਾਂਦਾ ਇਹ। ਠੀਕ ਹੈ ਜਿਹੜਾ ਇਹ ਫੈਸਟੀਵਲ ਹੈ the eve of this festival is called the Ruka, the last day of lunar month of Posh। ठीक है people make delicious rice cakes known by various names such as Sungpitha, Tilpeet, coconut laddus during the festival। so ਪੁੱਛਿਆ ਵੀ ਕਿਹੜੀ ਫੈਸਟੀਵਲ ਨਾਲ ਰਿਲੇਟਡ ਹੈ। ਸੋ ਇਹਦਾ ਆਨਸਰ ਆਊਗਾ ਮਾਘ ਬਿਹੂ। ਠੀਕ ਹੈ ਜੀ। ਸੋ ਇਹ ਅਸਾਮੀਜ਼ ਦਾ ਇੱਕ ਸਿਗਨੀਫਿਕੈਂਟ ਫੈਸਟੀਵਲ ਹੈ ਤੇ ਇਹਦੇ ਨਾਲ ਆਪਾਂ ਨੂੰ ਹਾਰਵੈਸਟਿੰਗ ਸੀਜ਼ਨ ਦੇ ਐਂਡ ਦਾ ਪਤਾ ਲੱਗਦਾ ਹੈ ਤੇ ਮਾਘ ਦੇ ਵਿੱਚ ਹੁੰਦਾ ਹੈ ਮਤਲਬ ਜਨਵਰੀ ਫਰਵਰੀ ਦੇ ਵਿੱਚ। ਠੀਕ ਹੈ ਇਹਨੂੰ ਮਘੋਰ ਬਿਹੂ ਵੀ ਬੋਲਦੇ ਆ ਤੇ ਇਹ ਸੈਲੀਬ੍ਰੇਟ ਕੀਤਾ ਜਾਂਦਾ ਮਾਰਕ ਕਰਨ ਦੇ ਲਈ ਸਲਾਈਟ ਸ਼ਿਫਟ ਇਨ ਅਰਥਸ ਰੋਟੇਸ਼ਨਲ ਐਕਸਿਸ that brings in the end of chilly winters and beginning of spring। characteristics ਕੀ ਹੈ ਇਹ one of the three bihus ਦੇ ਵਿੱਚ ਇੱਕ ਹੈ ਜਿਹਨੂੰ ਸੈਲੀਬ੍ਰੇਟ ਕਰਦੀ ਹੈ ਕਮਿਊਨਿਟੀ and the term ਭੋਗਾਲੀ ਬਿਹੂ is derived from the word ਭੋਗ ਜਿਹਦਾ ਮਤਲਬ ਹੁੰਦਾ eating and enjoyment। ਠੀਕ ਹੈ ਸੋ ਇਹਨੂੰ ਰੁਕਾ ਵੀ ਬੋਲਦੇ ਆ that is last day of lunar month of Posh। ਠੀਕ ਹੈ ਦ ਫੈਸਟੀਵਲ ਇਜ਼ ਆਲਸੋ ਮਾਰਕਡ ਬਾय ਮਤਲਬ ਅੱਗ ਵਗੈਰਾ ਚਲਾਈ ਜਾਂਦੀ ਹੈ ਜਿਵੇਂ ਆਪਾਂ ਲੋਹੜੀ ਤੇ ਚਲਾਉਂਦੇ ਹਾਂ। ਠੀਕ ਹੈ ਮੇਡ ਆਫ ਗ੍ਰੀਨ ਬੈਂਬੂ ਫਾਇਰਵੁੱਡ ਹੇ ਡਰਾਈਡ ਬਨਾਨਾ ਲੀਵਸ ਮਤਲਬ ਇਹਦੀ ਅੱਗ ਚਲਾਈ ਜਾਂਦੀ ਹੈ। ਉਹ ਤੋਂ ਬਾਅਦ ਪੀਪਲ ਹੈ ਜਿਹੜੇ ਉਹ ਟ੍ਰੈਡੀਸ਼ਨਲ ਅਸਾਮੀਜ਼ ਗੇਮ ਵਗੈਰਾ ਵੀ ਖੇਲਦੇ ਆ ਜਿਵੇਂ ਟਕੇਲੀ ਭੋਂਗਾ ਪੋਟ ਬ੍ਰੇਕਿੰਗ ਕਹਿੰਦੇ ਆ ਬਫੈਲੋ ਫਾਈਟਿੰਗ ਵਗੈਰਾ। ਓਕੇ ਤੇ ਆਪਣੇ ਐਨਸੈਸਟਰ ਗੋਡ ਤੋਂ ਬਲੈਸਿੰਗ ਮੰਗਦੇ ਆ। ਓਕੇ ਤੇ ਲੋਕ ਕਾਫੀ ਡਿਲੀਸ਼ੀਅਸ ਰਾਈਸ ਕੇਕਸ ਵੀ ਬਣਾਉਂਦੇ ਆ ਜਿਹਨੂੰ ਸੁੰਗ ਪੀਠ ਬੋਲਦੇ ਆ ਤਿਲ ਪੀਠ ਹੋ ਗਿਆ ਕੋਕੋਨਟ ਲੱਡੂਸ ਹੋ ਗਏ। ਸੋ ਇਹਦਾ ਆਨਸਰ ਕੀ ਆਊਗਾ ਆਪਣੇ ਕੋਲ ਆਪਸ਼ਨ ਨੰਬਰ ਡੀ। ਓਕੇ ਉਹ ਤੋਂ ਬਾਅਦ ਰਿਪੋਰਟ ਔਨ ਮਿਊਨਿਸਿਪਲ ਫਾਈਨਾਂਸਿਸ ਹੈ ਜਿਹੜੇ ਇਹਨਾਂ ਚੋਂ ਕਿਹੜੀ ਆਰਗੇਨਾਈਜੇਸ਼ਨ ਨੇ ਉਹਨੂੰ ਰਿਲੀਜ਼ ਕੀਤਾ ਹੈ। ਸੋ ਦੇਖੋ ਜਿਹੜੀ ਰਿਪੋਰਟ ਹੈ ਮਿਊਨਿਸਿਪਲ ਫਾਈਨਾਂਸਿਸ ਦੀ ਉਹਨੂੰ ਕਿਹਨੇ ਪਬਲਿਸ਼ ਕੀਤਾ RBI ਨੇ। ਸੋ ਇਹ ਕਾਫੀ ਇੰਪੋਰਟੈਂਟ ਹੈ। ਇਹ ਰਿਪੋਰਟ ਦੇ ਮੁਤਾਬਿਕ ਜਿਹੜਾ ਕੰਬਾਈਨਡ ਬਜਟ ਹੈ ਸਾਰੇ ਮਿਊਨਿਸਿਪਲ ਕਾਰਪੋਰੇਸ਼ਨ ਦਾ ਇੰਡੀਆ ਦੇ ਵਿੱਚ ਉਹ ਘੱਟ ਹੈ ਕਿਹਦੇ ਨਾਲੋਂ ਸੈਂਟਰਲ ਤੇ ਸਟੇਟ ਗਵਰਨਮੈਂਟ ਦੇ ਨਾਲੋਂ।
ਤੇ ਇਹ ਰਿਪੋਰਟ ਹੈ ਜਿਹੜੀ ਉਹ ਰਿਵੀਲ ਕਰਦੇ ਕਿ ਕਿਵੇਂ ਮਿਊਨਿਸਪਲ ਬੋਡੀਜ਼ ਆ ਜਿਹੜੀਆਂ ਉਹ ਡਿਪੈਂਡੈਂਟ ਨੇ ਔਨ ਫੰਡ ਟ੍ਰਾਂਸਫਰ ਫਰੋਮ ਸਟੇਟ ਐਂਡ ਸੈਂਟਰ ਤੇ ਜਿਹੜਾ ਉਹਨਾਂ ਦਾ ਰੈਵਨਿਊ ਅਰਨਿੰਗ ਕਪੈਸਿਟੀ ਹੈ ਉਹ ਲਿਮਿਟਿਡ ਹੈ। ਸੋ ਇਹ ਕਿਹਨੇ ਦਿੱਤੀ ਹੈ ਰਿਪੋਰਟ ਆਰਬੀਆਈ ਨੇ। ਐਸੀ ਰਿਪੋਰਟਸ ਬਹੁਤ ਇੰਪੋਰਟੈਂਟ ਹੁੰਦੀਆਂ ਜੋ ਆਰਬੀਆਈ ਵਗੈਰਾ ਪਬਲਿਸ਼ ਕੀਤੀਆਂ ਜਾਂਦੀਆਂ ਨੇ। ਉਹ ਤੋਂ ਬਾਅਦ ਅਗਰ ਆਪਾਂ ਯੂਨਾਈਟ ਅਵੇਅਰ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ। ਇਹ ਸਿਚੁਏਸ਼ਨਲ ਅਵੇਅਰਨੈਸ ਸੌਫਟਵੇਅਰ ਪ੍ਰੋਗਰਾਮ ਹੈ ਜਿਹਨੂੰ ਇੰਡੀਆ ਦੇ ਵਿੱਚ ਲਾਂਚ ਕੀਤਾ ਗਿਆ ਯੂਨਾਈਟਿਡ ਨੇਸ਼ਨਸ ਦੀ ਹੈਲਪ ਦੇ ਨਾਲ। ਜਿਹੜਾ ਪਲੈਟਫਾਰਮ ਹੈ ਇਹਨੂੰ ਯੂਐਨ ਪੀਸ ਕੀਪਿੰਗ ਮਿਸ਼ਨ ਦੇ ਵਿੱਚ ਡਿਪਲੋਏ ਕੀਤਾ ਜਾਏਗਾ। ਸੋ ਦੇਖੋ ਹੁਣ ਇਹਦੇ ਵਿੱਚ ਕੀ ਪੁੱਛਿਆ ਗਿਆ ਸੀ ਆਪਣੇ ਕੋਲ ਕਿਹੜੀ ਸਟੇਟਮੈਂਟ ਕਰੈਕਟ ਹੈ। ਠੀਕ ਹੈ ਜੀ। ਸੋ ਦੇਖੋ ਅਗਰ ਆਪਾਂ ਦੇਖੀਏ ਤਾਂ ਯੂਨਾਈਟ ਅਵਾਰਡ ਇੱਕ ਸਿਚੁਏਸ਼ਨਲ ਅਵੇਅਰਨੈਸ ਸੌਫਟਵੇਅਰ ਪ੍ਰੋਗਰਾਮ ਹੈ ਜਿਹੜਾ ਕਿ ਯੂਟੀਲਾਈਜ਼ ਕਰੂਗਾ ਮਾਡਰਨ ਸਰਵੀਲੈਂਸ ਟੈਕਨੋਲੋਜੀ ਰੀਅਲ ਟਾਈਮ ਥ੍ਰੈਟ ਅਸੈਸਮੈਂਟ ਦੇ ਲਈ ਜਿਹੜੇ ਵੀ ਪੀਸ ਕੀਪਰਸ ਹੈ ਮਤਲਬ ਉਹਨਾਂ ਦੀ ਹੈਲਪ ਕਰੂਗਾ। ਠੀਕ ਹੈ। ਇੰਡੀਆ ਨੇ ਯੂਨਾਈਟਿਡ ਨੇਸ਼ਨ ਨਾਲ ਮਿਲ ਕੇ ਯੂਨਾਈਟ ਅਵੇਅਰ ਪਲੈਟਫਾਰਮ ਚਲਾਇਆ। ਹੁਣ ਇਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਡਾਇਰੈਕਟਲੀ ਪੇਪਰ 'ਚ ਪੁੱਛ ਸਕਦੇ ਆ ਕਿ ਯੂਨਾਈਟ ਅਵੇਅਰ ਪਲੈਟਫਾਰਮ ਰੀਸੈਂਟਲੀ ਨਿਊਜ਼ 'ਚ ਸੀ ਇਹ ਕਿਹਦੇ ਨਾਲ ਰਿਲੇਟਿਡ ਹੈ ਕੀ ਚੀਜ਼ ਹੈ। ਸੋ ਇੱਕ ਸੌਫਟਵੇਅਰ ਪ੍ਰੋਗਰਾਮ ਹੈ। ਠੀਕ ਹੈ। ਤੇ ਇਹਨੂੰ ਇੰਡੀਆ ਨੇ ਕਿਹਦੇ ਨਾਲ ਮਿਲ ਕੇ ਲਾਂਚ ਕੀਤਾ ਯੂਨਾਈਟਿਡ ਨੇਸ਼ਨਸ ਦੇ ਨਾਲ। ਇੱਕ ਟੈਕਨੋਲੋਜੀ ਪਲੈਟਫਾਰਮ ਹੈ ਜਿਹੜਾ ਇੰਸ਼ੋਰ ਕਰਦਾ ਸੇਫਟੀ ਤੇ ਸਿਕਿਉਰਿਟੀ ਪੀਸ ਕੀਪਰਸ ਦੀ ਜਿਹੜੇ ਆਪਰੇਟ ਕਰ ਰਹੇ ਨੇ ਕੰਪਲੈਕਸ ਤੇ ਰਿਸਕੀ ਇਨਵਾਇਰਨਮੈਂਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ। ਓਕੇ ਜਿਹੜਾ ਇਹ ਪਲੈਟਫਾਰਮ ਇਹਨੂੰ ਡਿਪਲੋਏ ਕੀਤਾ ਜਾਊਗਾ 4 UN ਪੀਸ ਕੀਪਿੰਗ ਮਿਸ਼ਨਸ ਦੇ ਵਿੱਚ ਮਿਨੂਸਮਾ ਮਾਲੀ UN ਮਿਸ ਸਾਊਥ ਸੁਦਾਨ UNFI CYP ਸਾਈਪਰਸ ਦੈਨ ਐਮਿਸਮ ਸੋਮਾਲੀਆ। ਠੀਕ ਹੈ। ਇੰਡੀਆ ਨੇ ਕੰਟਰੀਬਿਊਟ ਕੀਤਾ $1.64 ਮਿਲੀਅਨ ਇਹ ਪ੍ਰੋਜੈਕਟ ਦੇ ਲਈ। ਓਕੇ ਸੋ ਇਹਦੇ ਵਿੱਚ ਆਪਸ਼ਨ ਆਊਗਾ ਸੀ ਕਿ ਦੋਨੋਂ ਸਟੇਟਮੈਂਟਸ ਕਰੈਕਟ ਹੈ। ਨੈਕਸਟ ਇਹਨਾਂ ਵਿੱਚੋਂ ਥੀਮ ਦੱਸੋ ਨੈਸ਼ਨਲ ਯੂਥ ਫੈਸਟੀਵਲ 2023 ਦਾ ਕੀ ਰਿਹਾ। ਸੋ ਦੇਖੋ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਨੇ ਟ੍ਰਿਬਿਊਟ ਕੀਤਾ ਸਵਾਮੀ ਵਿਵੇਕਾਨੰਦ ਉਹਨਾਂ ਦੇ ਬਰਥਡੇ ਤੇ ਦੈਟ ਇਜ਼ 12 ਜਨਵਰੀ। ਓਕੇ ਇਹ ਸਾਲ ਨੈਸ਼ਨਲ ਯੂਥ ਫੈਸਟੀਵਲ ਹੈ ਜਿਹੜਾ ਉਹਦਾ ਥੀਮ ਕੀ ਰਿਹਾ ਆਫ ਵਿਜ਼ਿਟ युवा visit Bharat मतलब that if youth of India is leading on the path of development that only India will be develop। सो देखो इस साल का ਇਹਦਾ थीम ਕੀ ਰਿਹਾ ਵਿਕਸਿਤ ਯੁਵਾ ਵਿਕਸਿਤ ਭਾਰਤ ਕਿ ਅਗਰ ਯੂਥ ਹੈ ਇੰਡੀਆ ਦਾ ਉਹਦੀ ਡਿਵੈਲਪਮੈਂਟ ਹੋਊਗੀ ਤਾਂ ਇੰਡੀਆ ਦੀ ਡਿਵੈਲਪਮੈਂਟ ਹੋਊਗੀ। 2022 ਦਾ ਥੀਮ ਸੀ ਇਟਸ ਆਲ ਇਨ ਯੂਰ ਮਾਈਂਡ। 21 ਦਾ ਸੀਗਾ ਯੁਵਾ उत्साह नए भारत का। 2020 ਦਾ ਸੀ ਫਿਟ ਯੂਥ ਫਿਟ ਇੰਡੀਆ। ਇੰਨਾ ਕੁਝ ਯਾਦ ਕਰਨ ਦੀ ਲੋੜ ਨਹੀਂ ਆਪਾਂ ਨੇ ਜਸਟ 2022 ਦਾ ਯਾਦ ਰੱਖਣਾ ਹੈ ਸੌਰੀ 2023 ਦਾ ਯਾਦ ਰੱਖਣਾ ਹੈ। ਸੋ 2023 ਦਾ ਕੀ ਹੈ ਵਿਕਸਿਤ ਯੁਵਾ ਵਿਕਸਿਤ ਭਾਰਤ। ਉਹ ਤੋਂ ਬਾਅਦ ਕਿਹੜੀ ਸਟੇਟਮੈਂਟਸ ਕਰੈਕਟ ਹੈ ਰਿਗਾਰਡਿੰਗ ਹਿਊਮਨ ਰਾਈਟਸ ਵਾਚ। ਇਹ ਇੱਕ ਯੂਨਾਈਟਿਡ ਨੇਸ਼ਨ ਬੋਡੀ ਹੈ ਜਿਹਦਾ ਮਿਸ਼ਨ ਹੈ ਪ੍ਰਮੋਟ ਕਰਨਾ ਤੇ ਪ੍ਰੋਟੈਕਟ ਕਰਨਾ ਹਿਊਮਨ ਰਾਈਟਸ ਨੂੰ ਪੂਰੇ ਵਰਲਡ ਦੇ ਵਿੱਚ। ਇਹਦਾ ਹੈੱਡਕੁਆਟਰ ਹੈ ਸਵਿਟਜ਼ਰਲੈਂਡ ਜਨੇਵਾ ਦੇ ਵਿੱਚ। ਠੀਕ ਹੈ। ਤੇ ਬਿਹਾਫ ਤੇ ਵਰਕ ਕਰਦਾ ਰਿਫਿਊਜੀਜ਼ ਚਿਲਡਰਨ ਮਾਈਗ੍ਰੈਂਟਸ ਤੇ ਪੋਲੀਟੀਕਲ ਪ੍ਰਿਜ਼ਨਰਸ ਦੇ। ਸੋ ਦੇਖੋ ਸਭ ਤੋਂ ਪਹਿਲਾਂ ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਹਿਊਮਨ ਰਾਈਟ ਵਾਚ ਇੱਕ ਇੰਟਰਨੈਸ਼ਨਲ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ। ਓਕੇ ਉਹ ਤੋਂ ਬਾਅਦ ਜਿਹੜਾ ਗਰੁੱਪ ਹੈ ਉਹ ਪ੍ਰੈਸ਼ਰਾਈਜ਼ ਕਰਦਾ ਗਵਰਨਮੈਂਟ ਪਾਲਿਸੀ ਮੇਕਰਸ ਕੰਪਨੀਜ਼ ਤੇ ਇੰਡੀਵਿਜੂਅਲ ਹਿਊਮਨ ਰਾਈਟ ਅਬਿਊਜ਼ਰਸ ਨੂੰ ਕਿ ਉਹ ਅਬਿਊਜ਼ ਨੂੰ ਡਿਨਾਊਂਸ ਕਰਨ। ਠੀਕ ਹੈ। ਰਿਸਪੈਕਟ ਕਰਨ ਹਿਊਮਨ ਰਾਈਟਸ ਦੀ ਤੇ ਵਰਕ ਕਰਦਾ ਔਨ ਬਿਹਾਫ ਆਫ ਰਿਫਿਊਜੀਜ਼ ਚਿਲਡਰਨ ਮਾਈਗ੍ਰੈਂਟ ਪੋਲੀਟੀਕਲ ਪ੍ਰਿਜ਼ਨਰਸ। ਓਕੇ ਇਹਦਾ ਹੈੱਡਕੁਆਟਰ ਹੈ ਜਿਹੜਾ ਉਹ ਨਿਊਯਾਰਕ ਸਿਟੀ ਦੇ ਵਿੱਚ ਹੈ ਤੇ ਕੰਡਕਟ ਕਰਦਾ ਰਿਸਰਚ ਤੇ ਐਡਵੋਕੇਸੀ ਹਿਊਮਨ ਰਾਈਟਸ ਦੇ ਉੱਪਰ। ਸੋ ਆਪਸ਼ਨ 2 ਵੀ ਇਨਕਰੈਕਟ ਹੋ ਗਿਆ। ਉਹ ਤੋਂ ਬਾਅਦ ਅਗਰ ਆਪਾਂ ਬੇਸਿਕ ਹਿਊਮਨ ਰਾਈਟਸ ਦੀ ਗੱਲ ਕਰੀਏ ਤਾਂ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਵਾਚ ਅਪੋਜ਼ ਕਰਦਾ ਵਾਇਲੇਸ਼ਨ ਆਫ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ। ਠੀਕ ਹੈ। ਇਹਦੇ ਵਿੱਚ ਕੈਪੀਟਲ ਪੁਨਿਸ਼ਮੈਂਟ ਤੇ ਡਿਸਕ੍ਰਿਮੀਨੇਸ਼ਨ ਨੂੰ ਔਨ ਦਾ ਬੇਸਿਸ ਆਫ ਸੈਕਸ਼ੂਅਲ ਓਰੀਐਂਟੇਸ਼ਨ ਮਤਲਬ ਇਹਦੇ ਵਿੱਚ ਇਨਕਲੂਡ ਹੈ। ਓਕੇ ਸੋ ਦੇਖੋ ਹੁਣ ਆਪਣੇ ਕੋਲ ਕੀ ਪੁੱਛਿਆ ਹੈ ਕਿ ਕਿਹੜੀ ਸਟੇਟਮੈਂਟ ਕਰੈਕਟ ਹੈ। ਪਹਿਲੀ ਜਿਹੜੀ ਸਟੇਟਮੈਂਟ ਹੈ ਇਹ ਵੀ ਗਲਤ ਹੈ। ਠੀਕ ਹੈ ਜੀ। ਸੈਕਿੰਡ ਸਟੇਟਮੈਂਟ ਵੀ ਗਲਤ ਹੈ ਬਟ ਥਰਡ ਸਟੇਟਮੈਂਟ ਕਰੈਕਟ ਹੈ। ਸੋ ਇਹਦਾ ਆਨਸਰ ਆਊਗਾ ਆਪਸ਼ਨ ਨੰਬਰ ਡੀ ਦੈਟ ਇਜ਼ ਥਰਡ ਸਟੇਟਮੈਂਟ ਓਨਲੀ। ਠੀਕ ਹੈ ਕਿਉਂਕਿ ਇੰਟਰਨੈਸ਼ਨਲ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਇੱਥੇ ਕਿਹਾ ਸੀ ਨਾ ਕਿ ਯੂਨਾਈਟਿਡ ਨੇਸ਼ਨ ਬੋਡੀ ਹੈ। ਠੀਕ ਹੈ। ਇਹ ਇੰਟਰਨੈਸ਼ਨਲ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਨਾ ਕਿ ਯੂਨਾਈਟਿਡ ਨੇਸ਼ਨ ਬੋਡੀ ਹੈ। ਉਹ ਤੋਂ ਬਾਅਦ ਨੈਕਸਟ ਇਹਨਾਂ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਰਿਲੀਜ਼ ਕਰਦੇ ਆ ਗਲੋਬਲ ਰਿਸਕ ਰਿਪੋਰਟ। ਸੋ ਗਲੋਬਲ ਰਿਸਕ ਰਿਪੋਰਟ ਹੈ ਜਿਹੜੀ ਉਹ ਵਰਲਡ ਇਕਨੋਮਿਕ ਫੋਰਮ ਦੇ ਦੁਆਰਾ ਰਿਲੀਜ਼ ਕੀਤਾ ਗਿਆ।
ठीक है जी। ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਰਿਸਕ ਪਰਸੈਪਸ਼ਨ ਦੇ ਬਾਰੇ ਦੱਸਿਆ ਜਾਂਦਾ ਹੈ ਅਮੰਗ ਰਿਸਕ ਐਕਸਪਰਟ ਐਂਡ ਵਰਲਡ ਲੀਡਰ ਇਨ ਬਿਜ਼ਨਸ ਗਵਰਨਮੈਂਟ ਸਿਵਲ ਸੁਸਾਇਟੀਜ਼। ਐਗਜ਼ਾਮਿਨ ਕਰਦੇ ਆ ਰਿਸਕ ਨੂੰ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਇਕਨੋਮਿਕ ਇਨਵਾਇਰਨਮੈਂਟਲ जियोपॉलिटिकल सोसाइटल ते टेक्नोलॉजिकल। ओके सो ਇਹਦਾ आंसर क्या होगा ऑप्शन नंबर बी वर्ड इकनॉमिक फॉर्म इंपॉर्टेंट है। टर्म शैडो बैनिंग रिसेंटली न्यूज़ च से किदे नाल रिलेटेड है। सो देखो इलॉन मस्क ने यूज किया शैडो बैनिंग इन कॉन्टेक्स्ट ऑफ सो कॉल्ड ट्विटर फाइल्स इंटरनल कंपनी डॉक्यूमेंट्स जिन्हों रिलीज किया गया मस्क की ऑथराइजेशन के नाल। ठीक है, हुण जिहड़ी टर्म है ਇਹਨੂੰ यूज़ किया जाता रैफर करने के लिए एक्शनस सोशल मीडिया प्लेटफॉर्म्स के द्वारा ताकि पोस्ट की विजिबिलिटी ਨੂੰ लिमिटेड किया जाए। सो बस ਹੁਣ ਤੁਸੀਂ ਇਸ 'ਚ मेन मुद्दा याद रखना है कि ਇਹਦਾ मतलब ਕੀ ਹੁੰਦਾ कंटेंट मॉडरेशन करना सोशल मीडिया प्लेटफॉर्म के द्वारा मतलब घटा देना कंटेंट की विजिबिलिटी ਨੂੰ एक तरीके नाल। ठीक और तो बाद नैक्सट है पद्मा अवार्ड कमेटी है जिहड़ा उन्होंने प्रेजिडेंट ऑफ इंडिया के द्वारा हर साल कॉन्स्टिट्यूट किया जाता है। टोटल नंबर ऑफ अवार्ड्स जिहड़े एक साल च दिते जाते हैं ठीक है वो 120 तो ज़्यादा। ਇਹਦੇ ਵਿੱਚ ਉਹ ਅਵਾਰਡ ਜਿਹੜੇ ਪੋਸਟਥੋਮਸਲੀ ਦਿੱਤੇ ਜਾਂਦੇ ਆ ਤੇ NRI ਫੋਰਨਰਸ ਜਾਂ OCIs ਨੂੰ ਮਿਲਦੇ ਆ ਉਹਨੂੰ ਐਕਸਕਲੂਡ ਕੀਤਾ ਗਿਆ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ। ਦੇਖੋ ਜਿੰਨੇ ਵੀ ਨੋਮੀਨੇਸ਼ਨਸ ਹੈ पद्म अवार्ड कमेटी के सामने उन्होंने रखा जाता है जिन्होंने कि प्राइम मिनिस्टर के द्वारा हर साल बनाया जाता ना कि प्रेजिडेंट के द्वारा। ਇਹ ਕਮੇਟੀ ਨੂੰ ਹੈਡ ਕੌਣ ਕਰਦਾ ਹੈ ਕੈਬਨਿਟ ਸੈਕਟਰੀ ਤੇ ਇਹਦੇ ਵਿੱਚ ਹੋਮ ਸੈਕਟਰੀ ਸੈਕਟਰੀ ਟੂ ਪ੍ਰੈਜ਼ੀਡੈਂਟ ਤੇ 4 ਤੋਂ 6 ਐਮੀਨੈਂਟ ਪਰਸਨਸ ਹੁੰਦੇ ਆ ਇਸ ਮੈਂਬਰ ਤੇ ਜਿਹੜੀ ਰਿਕਮੈਂਡੇਸ਼ਨ ਹੈ ਕਮੇਟੀ ਦੀ ਉਹਨੂੰ ਸਬਮਿਟ ਕੀਤਾ ਜਾਂਦਾ ਹੈ ਪ੍ਰਾਈਮ ਮਿਨਿਸਟਰ ਨੂੰ ਤੇ ਪ੍ਰੈਜ਼ੀਡੈਂਟ ਨੂੰ ਅਪਰੂਵਲ ਦੇ ਲਈ। ਤੇ ਟੋਟਲ ਨੰਬਰ ਆਫ ਅਵਾਰਡਸ ਹੈ ਜਿਹੜੇ ਐਕਸਕਲੂਡ ਕਰਕੇ ਪੋਸਟ ਥੋਮਸ ਤੇ NRI ਫੋਰਨਰਸ OCIs ਵਾਲੇ ਉਹ 120 ਤੋਂ ਜ਼ਿਆਦਾ ਨਹੀਂ ਹੁੰਦੇ। ओके सो ये पूछा है भी कि स्टेटमेंट्स जिहड़ियां ने करैक्ट है। पहले गलत है ठीक है जी क्योंकि प्राइम मिनिस्टर करता है तो सैकेंड करैक्ट है। सो कि करैक्ट है ऑप्शन नंबर बी आऊगा। उस तो बाद परमवीर चक्र इंडिया का हाईएस्ट मिलिटरी डेकोरेशन है जिन्होंने अवार्ड किया जाता डिस्पले करने के लिए डिस्टिंग्विश एक्ट्स ऑफ वेलर ड्यूरिंग वॉर टाइम। दैन पराक्रम दिवस जोड़ा है वो डैथ एनिवर्सरी ते मनाया जाता है नेता जी सुभाष चंद्र बोस की। सो पूछा भी कि स्टेटमेंट्स करैक्ट है। देखो परमवीर चक्र है जो इंडिया का हाईएस्ट मिलिटरी डेकोरेशन है जिन्हों कि 26 जन 1950 के इंस्टीट्यूट किया गया एज ए गैलेंट्री मैडल विद रेट्रोस्पैक्टिव इफैक्ट फ्रॉम 15 अगस्त 1947 बाय डॉक्टर राजेंद्र प्रसाद जोड़े कि उस टाइम ते प्रेजिडेंट से इंडिया के। परमवीर चक्र है जोड़ा अवार्ड है डिस्पले करने का डिस्टिंग्विश एक्ट्स ऑफ वेलर मतलब बहादुरी दे ड्यूरिंग वॉर टाइम। ओके पराक्रम दिवस नू सैलीब्रेट करते 23 जनवरी नू। इस दिन 1897 ਦੇ ਵਿੱਚ नेता जी सुभाष चंद्र है ਜਿਹੜੇ ਉਹਨਾਂ ਦਾ जन्म ਹੋਇਆ ਸੀ उड़ीसा के कोटैक ਦੇ ਵਿੱਚ। ठीक है पहली बार इनू 2021 च सैलीब्रेट किया गया ऑन 124th बर्थ एनिवर्सरी ऑफ नेताजी सुभाष चंद्र बोस। सो पहली स्टेटमेंट करैक्ट है सेकेंड स्टेटमेंट रॉन्ग है बिकॉज बर्थ एनिवर्सरी ते होंदा ना कि डेथ एनिवर्सरी ते। सो ऑप्शन ए करैक्ट है। ओके उस तो बाद फर्स्ट इंडियन आर्कीटैक्ट दसो जिन्हों कि प्रिट्जर आर्कीटैक्ट प्राइज मिला 2018 ਦੇ ਵਿੱਚ। रीसेंटली ना इन्हों की डैथ हो गई तां करके न्यूज़ च सी। सो इंपॉर्टेंट क्वेश्चन है। सो इसका आंसर क्या होगा डॉक्टर बालकृष्ण विठल दास दोषी जिन्हों की रीसेंटली डैथ हो गई अर्बन प्लैनर ते एजुकेटर से वन ऑफ द मोस्ट डिस्टिंग्विश इंडियन माइंड्स है वर्ल्ड दे विच इन टर्म्स ऑफ आर्कीटैक्ट। ओके 2018 ਦੇ ਵਿੱਚ ਉਹਨਾਂ ਨੂੰ ਪ੍ਰਿਟਜ਼ਰ ਆਰਕੀਟੈਕਟ ਪ੍ਰਾਈਜ਼ ਮਿਲਿਆ ਜਿਹਨੂੰ ਕਿ ਮੋਸਟ ਪ੍ਰੈਸਟੀਜੀਅਸ ਅਵਾਰਡ ਮੰਨਿਆ ਜਾਂਦਾ ਇਨ ਦਾ ਫੀਲਡ ਆਫ ਆਰਕੀਟੈਕਚਰ ਤੇ ਐਸੇ ਫਰਸਟ ਇੰਡੀਅਨ ਆਰਕੀਟੈਕਟ ਬਣੇ ਜਿਨ੍ਹਾਂ ਨੂੰ ਕਿ ਅਵਾਰਡ ਮਿਲਿਆ। ਸੋ ਕਿਹਨਾਂ ਨੂੰ ਮਿਲਿਆ ਸੀ ਡਾਕਟਰ ਬਾਲਕ੍ਰਿਸ਼ਨ ਵਿਠਲ ਦਾਸ ਦੋਸ਼ੀ ਨੂੰ। ਉਹ ਤੋਂ ਬਾਅਦ ਹੁਣ ਪੁੱਛਿਆ ਵੀ ਕਿਹੜੀ ਸਟੇਟਮੈਂਟਸ ਕਰੈਕਟ ਹੈ। ਫੋਰੈਸਟ ਜਿਹੜਾ ਹੈ ਉਹਨਾਂ ਨੂੰ ਐਡ ਕੀਤਾ ਗਿਆ ਐਜ਼ ਐਂਟਰੀ 17A in concurrent list by 44th Constitution Amendment Act 1978 National Commission for Scheduled Tribes ਨੂੰ set up ਕੀਤਾ ਗਿਆ ਸੀ under Article 338A of Constitution। ਸੋ ਦੇਖੋ ਪਹਿਲਾ ਜਿਹੜਾ ਸਬਜੈਕਟ ਫੋਰੈਸਟ ਹੈ ਠੀਕ ਹੈ ਉਹ ਪਹਿਲਾਂ ਤੋਂ ਹੀ ਸਟੇਟ ਲਿਸਟ 'ਚ ਸ਼ਾਮਿਲ ਸੀਗਾ। 42nd ਅਮੈਂਡਮੈਂਟ ਐਕਟ ਜੋ ਕਿ 1976 'ਚ ਹੋਈ ਉਹਨੇ ਟ੍ਰਾਂਸਫਰ ਕਰਤਾ ਫੋਰੈਸਟ ਸਬਜੈਕਟ ਨੂੰ ਸਟੇਟ ਲਿਸਟ ਤੋਂ ਕਨਕਰੈਂਟ ਲਿਸਟ ਦੇ ਵਿੱਚ ਯਾਨੀ ਕਿ ਐਡ ਸੀਗਾ ਸਟੇਟ ਲਿਸਟ ਦੇ ਵਿੱਚ ਫਿਰ 42nd ਅਮੈਂਡਮੈਂਟ ਨਾਲ ਉਹਨੂੰ ਸਟੇਟ ਲਿਸਟ ਤੋਂ ਕਨਕਰੈਂਟ ਲਿਸਟ ਦੇ ਵਿੱਚ ਐਡ ਕੀਤਾ ਗਿਆ। ਐਂਟਰੀ 17A ਹੈ ਜਿਹੜੀ ਲਿਸਟ 3 ਦੀ
ਸੌਰੀ ਇਹ ਵਾਲੀ ਚੀਜ਼ ਇਹਦੇ ਨਾਲ ਹੈ ਕਿ ਇਹਨੂੰ ਟ੍ਰਾਂਸਫਰ ਕੀਤਾ ਗਿਆ ਕੰਕਰੈਂਟ ਲਿਸਟ ਦੇ ਵਿੱਚ ਐਜ਼ ਐਂਟਰੀ 17A ਆਫ ਲਿਸਟ 3 ਠੀਕ ਹੈ ਜੀ। ਸੋ ਇਹਦੇ ਨਾਲ ਹੈ ਇੱਥੇ ਬਾਈ ਮਿਸਟੇਕ ਇੱਥੇ ਆ ਗਿਆ। ਉਹ ਤੋਂ ਬਾਅਦ ਸੈਕਿੰਡ ਸਟੇਟਮੈਂਟ ਦੇਖੋ, ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬਸ ਉਹਨੂੰ ਐਸਟੈਬਲਿਸ਼ ਕੀਤਾ ਗਿਆ ਅਮੈਂਡ ਕਰਕੇ ਆਰਟੀਕਲ 338 ਨੂੰ ਤੇ ਇਨਸਰਟ ਕਰਕੇ ਆਰਟੀਕਲ 338A ਇਨ ਕਨਸਟੀਟਿਊਸ਼ਨ ਥਰੂ 89th ਅਮੈਂਡਮੈਂਟ ਐਕਟ 2003 ਦੇ ਵਿੱਚ ਹੋਈ ਸੀ। ਸੋ ਸੈਕਿੰਡ ਸਟੇਟਮੈਂਟ ਕਰੈਕਟ ਹੈ। ਜਿਹੜਾ ਕਮਿਸ਼ਨ ਹੈ ਇਸ 'ਚ ਚੇਅਰਪਰਸਨ ਹੁੰਦਾ, ਵਾਈਸ ਚੇਅਰਪਰਸਨ ਹੁੰਦਾ ਤੇ 3 ਫੁੱਲ ਟਾਈਮ ਮੈਂਬਰਸ ਹੁੰਦੇ ਆ, ਇੱਕ ਫੀਮੇਲ ਮੈਂਬਰ ਹੁੰਦਾ ਉਹਨਾਂ 'ਚੋਂ, ਠੀਕ ਹੈ। ਤੇ ਜਿਹੜੀ ਟਰਮ ਹੈ ਮੈਂਬਰ ਦੀ ਕਮਿਸ਼ਨ ਦੀ ਉਹ 3 years ਹੈ ਫਰੋਮ ਡੇਟ ਆਫ ਅਜ਼ੰਪਸ਼ਨ ਆਫ ਚਾਰਜ। ਸੋ ਇਹਦੇ ਵਿੱਚ ਫਸਟ ਸਟੇਟਮੈਂਟ ਗਲਤ ਹੈ, ਸੈਕਿੰਡ ਸਟੇਟਮੈਂਟ ਕਰੈਕਟ ਹੈ। ਸੋ ਆਪਣੇ ਕੋਲ ਆਪਸ਼ਨ ਕੀ ਆਊਗਾ? ਬੀ। ਉਹ ਤੋਂ ਬਾਅਦ ਨੈਕਸਟ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਜੋ ਕਿ ਫਸਟ ਬਾਇਓਸਫੀਅਰ ਰਿਜ਼ਰਵ ਹੈ ਇੰਡੀਆ ਦੇ ਵਿੱਚ, ਉਹਨੂੰ 1986 'ਚ ਐਸਟੈਬਲਿਸ਼ ਕੀਤਾ ਗਿਆ ਤੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਰਹੀ ਹੈ ਇਹ। ਸੋ ਕਿਹੜੀ ਸਟੇਟਮੈਂਟ ਕਰੈਕਟ ਹੈ? ਦੇਖੋ ਜੀ, ਇਹ ਅਗਰ ਆਪਾਂ ਨੀਲਗਿਰੀ ਬਾਇਓਸਫੀਅਰ ਰਿਜ਼ਰਵ ਦੀ ਗੱਲ ਕਰੀਏ ਤਾਂ ਵੈਸਟਰਨ ਘਾਟਸ ਦੇ ਵਿੱਚ ਰਿਜ਼ਰਵ ਹੈ ਤੇ ਨੀਲਗਿਰੀ ਹਿਲ ਰੇਂਜਿਸ ਹੈ ਜਿਹੜੇ ਸਾਊਥ ਇੰਡੀਆ ਦੇ ਵਿੱਚ, ਉੱਥੇ ਹੈ ਇਹ। ਨੀਲਗਿਰੀ ਬਾਇਓਸਫੀਅਰ ਰਿਜ਼ਰਵ ਫਸਟ ਤੇ ਓਲਡੈਸਟ ਬਾਇਓਸਫੀਅਰ ਰਿਜ਼ਰਵ ਹੈ ਇੰਡੀਆ ਦੀ ਤੇ ਇਹਨੂੰ 1986 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ, ਠੀਕ ਹੈ। ਜਿਹੜਾ ਇਹ ਰਿਜ਼ਰਵ ਹੈ ਇਹਦੇ ਵਿੱਚ ਟੋਟਲ ਏਰੀਆ ਹੈਗਾ 5520 ਸਕੁਆਇਰ ਕਿਲੋਮੀਟਰਸ। ਕਿਹੜੀ ਕਿਹੜੀ ਸਟੇਟ ਦਾ ਏਰੀਆ ਆਉਂਦਾ? ਕਰਨਾਟਕਾ ਦਾ, ਕੇਰਲਾ ਦਾ ਤੇ ਤਮਿਲਨਾਡੂ ਦਾ। ਸਭ ਤੋਂ ਬਾਅਦ ਤਮਿਲਨਾਡੂ ਦਾ ਆਉਂਦਾ ਹੈ, ਓਕੇ। ਉਹ ਤੋਂ ਬਾਅਦ ਜਿਹੜੀ ਇਹ ਡਾਇਵਰਸਿਟੀ ਹੈ ਇਹ ਰਿਚ ਹੈ ਬਾਇਓਡਾਇਵਰਸਿਟੀ ਦੇ ਵਿੱਚ ਤੇ ਇਹਦੇ ਵਿੱਚ 100 ਸਪੀਸ਼ੀਜ਼ ਤੋਂ ਜ਼ਿਆਦਾ ਮੈਮਲਸ ਨੇ, 350 ਸਪੀਸ਼ੀਜ਼ ਬਰਡ ਦੀਆਂ ਨੇ, 80 ਸਪੀਸ਼ੀਜ਼ ਰੈਪਟਾਈਲਸ ਦੀਆਂ ਨੇ ਤੇ 31 ਸਪੀਸ਼ੀਜ਼ ਐਮਫੀਬੀਅਨਸ ਦੀਆਂ ਨੇ, 39 ਫਿਸ਼ਿਜ਼ ਦੀਆਂ ਤੇ ਬਟਰਫਲਾਈਜ਼ ਜਾਂ 316 ਤੇ ਬਾਕੀ ਹੋਰ, ਓਕੇ। ਤੇ ਇਹਦੇ ਵਿੱਚ 3300 ਪਲਾਂਟਸ, 175 ਆਰਕਿਡ ਸਪੀਸ਼ੀਜ਼ ਵੀ ਪਾਈਆਂ ਜਾਂਦੀਆਂ ਨੇ, ਠੀਕ ਹੈ, ਜਿਹਦੇ ਵਿੱਚੋਂ 8 ਐਂਡੈਮਿਕ ਨੇ, ਓਕੇ। ਉਹ ਤੋਂ ਬਾਅਦ ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਬਣਿਆ ਸੀਗਾ 1 ਜੁਲਾਈ 2012 ਦੇ ਵਿੱਚ। ਸੋ ਇਹਦੇ ਵਿੱਚ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਦੋਨੋਂ ਸਟੇਟਮੈਂਟਸ ਕਰੈਕਟ ਹੈ, ਸੋ ਆਪਸ਼ਨ ਆਊਗਾ ਸੀ। ਉਹ ਤੋਂ ਬਾਅਦ ਨੈਕਸਟ ਕਿਹੜੀ ਸਟੇਟਮੈਂਟ ਕਰੈਕਟ ਹੈ? ਇੰਡੀਆ ਦੀ ਐਨਰਜੀ ਮਿਕਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸੋਲਰ ਐਨਰਜੀ ਜ਼ਿਆਦਾ ਹੈ ਵਿੰਡ ਐਨਰਜੀ ਤੋਂ। ਨੋਨ ਫੋਸਿਲ ਫਿਊਲ ਸੋਰਸਿਸ ਹੈ ਜਿਹੜੇ ਉਹ 42% ਹੈ ਟੋਟਲ ਜਨਰੇਸ਼ਨ ਕਪੈਸਿਟੀ ਦਾ। ਸੋ ਦੇਖੋ, ਗਵਰਨਮੈਂਟ ਨੇ ਸਟਾਰਟ ਕੀਤਾ ਐਕਸਪਲੋਰ ਕਰਨਾ ਸਟੋਰੇਜ ਆਪਸ਼ਨਸ, ਠੀਕ ਹੈ, ਤਾਂ ਕਿ ਜਿਹੜੀ ਸ਼ੇਅਰ ਹੈ ਰੈਨਿਊਏਬਲ ਐਨਰਜੀ ਦੀ ਉਹ ਇਨਕਰੀਜ਼ ਹੋਵੇ ਗ੍ਰਿਡ ਦੇ ਵਿੱਚ। ਇੰਡੀਆ ਦੀ ਪਾਵਰ ਜਨਰੇਸ਼ਨ ਮਿਕਸ ਹੈ ਜਿਹੜੀ ਉਹ ਸ਼ਿਫਟ ਹੋ ਰਹੀ ਹੈ ਟੂਵਰਡਸ ਰੈਨਿਊਏਬਲ ਐਨਰਜੀ, ਮਤਲਬ ਰੈਨਿਊਏਬਲ ਐਨਰਜੀ ਦਾ ਸ਼ੇਅਰ ਉਸ 'ਚ ਜ਼ਿਆਦਾ ਹੋਵੇ। ਅਗਰ ਆਪਾਂ ਗੱਲ ਕਰੀਏ ਤਾਂ ਇੰਡੀਆ ਵਰਲਡ ਦੀ 3rd ਲਾਰਜੈਸਟ ਪ੍ਰੋਡਿਊਸਰ ਹੈ ਰੈਨਿਊਏਬਲ ਐਨਰਜੀ ਦੀ, ਓਕੇ। ਜਿਹੜੀ ਇੰਸਟਾਲਡ ਇਲੈਕਟ੍ਰਿਸਿਟੀ ਜਨਰੇਟਿੰਗ ਕਪੈਸਿਟੀ ਹੈ ਕੰਟਰੀ ਦੇ ਵਿੱਚ ਉਹ ਕਿੰਨੀ ਹੈ? 409 ਗੀਗਾਵਾਟ, ਜਿਹਦੇ ਵਿੱਚ 173 ਗੀਗਾਵਾਟ ਨੋਨ ਫੋਸਿਲ ਫਿਊਲ ਤੋਂ ਹੈ ਜੋ ਕਿ 42% ਹੈ ਟੋਟਲ ਦਾ, ਓਕੇ। ਤੇ ਇੱਥੇ ਤੁਸੀਂ ਇੱਕ ਹੋਰ ਵੀ ਦੇਖੋ, ਇੰਸਟਾਲ ਕਪੈਸਿਟੀ ਹੈ ਜਿਹੜੀ ਰੈਨਿਊਏਬਲ ਸੋਰਸਿਸ ਦੀ ਐਨਰਜੀ ਦੇ ਇੰਡੀਆ 'ਚੋਂ ਕਿੰਨੀ ਹੈ? ਸੋਲਰ ਦੀ 48.55 ਗੀਗਾਵਾਟ, ਵਿੰਡ ਦੀ 40.03 ਗੀਗਾਵਾਟ, ਸਮਾਲ ਹਾਈਡਰੋ ਦੀ 4.83 ਗੀਗਾਵਾਟ, ਲਾਰਜ ਦੀ 46.51 ਗੀਗਾਵਾਟ, ਬਾਇਓ ਪਾਵਰ ਦੀ 10.62 ਗੀਗਾਵਾਟ ਤੇ ਨਿਊਕਲੀਅਰ ਦੀ 6.78 ਗੀਗਾਵਾਟ। ਸੋ ਇਹਦੇ ਵਿੱਚ ਦੇਖੋ ਦੋਨੋਂ ਸਟੇਟਮੈਂਟਸ ਕਰੈਕਟ ਹੈ, ਸੋ ਆਨਸਰ ਆਊਗਾ ਸੀ। ਨੈਕਸਟ ਅਗਰ ਆਪਾਂ ਓਜ਼ੋਨ ਦੀ ਗੱਲ ਕਰੀਏ ਤਾਂ ਕਿਹੜੀ ਸਟੇਟਮੈਂਟ ਕਰੈਕਟ ਹੈ? ਓਜ਼ੋਨ ਨੂੰ ਪ੍ਰੋਡਿਊਸ ਕੀਤਾ ਜਾਂਦਾ ਨੈਚੁਰਲੀ ਸਟ੍ਰੈਟੋਸਫੀਅਰ ਦੇ ਵਿੱਚ। ਓਜ਼ੋਨ ਹੈ ਜਿਹੜਾ ਉਹ ਐਟਮੋਸਫੀਅਰ ਦੇ 2 ਲੇਅਰਸ ਦੇ ਵਿੱਚ ਆਪਾਂ ਨੂੰ ਮਿਲਦਾ ਹੈ, ਠੀਕ ਹੈ ਜੀ। ਸੋ ਦੇਖੋ, ਓਜ਼ੋਨ ਹੈ ਜਿਹੜਾ ਉਹਨੂੰ ਨੈਚੁਰਲੀ ਪ੍ਰੋਡਿਊਸ ਕਰਦੇ ਆ ਸਟ੍ਰੈਟੋਸਫੀਅਰ ਦੇ ਵਿੱਚ, ਬਟ ਦਿਸ ਗੁੱਡ ਓਜ਼ੋਨ ਜਿਹੜੀ ਹੈ ਉਹ ਡਿਸਟਰੋਏ ਹੋ ਰਹੀ ਹੈ ਮੈਨਮੇਡ ਕੈਮੀਕਲਸ ਨਾਲ, ਜਿਨ੍ਹਾਂ ਨੂੰ ਓਜ਼ੋਨ ਡਿਪਲੀਟਿੰਗ ਸਬਸਟੈਂਸਿਸ ਬੋਲਦੇ ਆ, ਜਿਹਨੂੰ ODS ਬੋਲਦੇ ਆ। ਇਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ? ਦੇਖੋ, ਕਲੋਰੋਫਲੋਰੋਕਾਰਬਨ ਜਿਹਨਾਂ ਨੂੰ CFCS ਬੋਲਦੇ ਆ, ਹਾਈਡਰੋਕਲੋਰੋਫਲੋਰੋਕਾਰਬਨ HCFCS, ਹੈਲੋਨਸ, ਮਿਥਾਈਲ ਬ੍ਰੋਮਾਈਡ, ਕਾਰਬਨ ਟੈਟਰਾਕਲੋਰਾਈਡ ਤੇ ਮਿਥਾਈਲ ਕਲੋਰੋਫੋਰਮ। ਓਜ਼ੋਨ ਹੈ ਜਿਹੜਾ ਉਹ 2 ਲੇਅਰਸ ਹੁੰਦਾ ਐਟਮੋਸਫੀਅਰ ਦੀ। ਜਿਹੜੀ ਲੇਅਰ ਅਰਥ ਦੇ ਸਰਫੇਸ ਦੇ ਕੋਲ ਹੈ, ਠੀਕ ਹੈ, ਉਹ ਟ੍ਰੋਪੋਸਫੀਅਰ ਹੈ। ਇੱਥੇ ਗਰਾਊਂਡ ਲੈਵਲ ਜਾਂ ਫਿਰ ਬੈਡ ਓਜ਼ੋਨ ਹੈ ਜਿਹੜਾ ਉਹ ਏਅਰ ਪੋਲਿਊਟੈਂਟ ਹੈ ਜੋ ਕਿ ਹਾਰਮਫੁਲ ਹੈ ਬਰੀਦਿੰਗ ਦੇ ਲਈ ਤੇ ਡੈਮੇਜ ਕਰ ਦਿੰਦਾ ਕ੍ਰੌਪ, ਟਰੀਜ਼ ਤੇ ਅਦਰ ਵੈਜੀਟੇਸ਼ਨ ਨੂੰ। ਸੋ ਦੇਖੋ, ਇਹਦੇ ਵਿੱਚ ਪੁੱਛਿਆ ਹੈ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ? ਦੋਨੋਂ ਕਰੈਕਟ ਹੈ, ਸੋ ਆਨਸਰ ਆਊਗਾ ਆਪਸ਼ਨ ਨੰਬਰ ਸੀ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੇ ਓਜ਼ੋਨ ਡਿਪਲੀਟਿੰਗ ਸਬਸਟੈਂਸਿਸ ਹਨ ਉਹਨਾਂ ਨੂੰ ਯਾਦ ਰੱਖਿਓ, ਐਜ਼ ਇਟ ਇਜ਼ ਤੁਹਾਨੂੰ ਪੇਪਰ 'ਚ ਪੁੱਛ ਸਕਦੇ ਆ। ਨੈਕਸਟ ਦੇਖੋ, ਕਿਹੜੀ ਸਟੇਟਮੈਂਟ ਕਰੈਕਟ ਹੈ?
ਜਿਹੜੀ ਗੰਗਾਸ ਰਿਵਰ ਡੋਲਫਿਨ ਹੈ ਠੀਕ ਹੈ ਉਹ ਸਿਰਫ ਫਰੈਸ਼ ਵਾਟਰ 'ਚ ਰਹਿੰਦੀਆਂ ਨੇ ਤੇ ਬਲਾਈਂਡ ਹੁੰਦੀਆਂ ਨੇ। ਇੰਡੀਆ ਦੇ ਵਿੱਚ ਇਹ ਸਿਰਫ ਅੱਪਰ ਗੰਗਾ ਰਿਵਰ 'ਚ ਹੀ ਪਾਈਆਂ ਜਾਂਦੀਆਂ ਨੇ। ਓਨਲੀ ਆ ਗਿਆ ਨਾ। ਸੋ ਦੇਖੋ ਡੋਲਫਿਨਸ ਹੈ ਜਿਹੜੇ ਓਲਡੈਸਟ ਕ੍ਰੀਏਚਰ ਹੈ ਵਰਲਡ ਦੇ ਠੀਕ ਹੈ। ਗੈਂਗਟਿਕ ਡੋਲਫਿਨਸ ਹੈ ਜਿਹੜੇ ਉਹ ਬਲਾਈਂਡ ਹੁੰਦੀਆਂ ਨੇ ਤੇ ਇਹ ਆਪਣੇ ਸ਼ਿਕਾਰ ਨੂੰ ਬਹੁਤ ਹੀ ਅਲੱਗ ਤਰੀਕੇ ਨਾਲ ਪਕੜਦੀਆਂ ਨੇ। ਐਮਿਟ ਕਰਦੀਆਂ ਨੇ ਅਲਟਰਾਸਾਊਂਡ ਠੀਕ ਹੈ ਜਿਹੜਾ ਕਿ ਇਹਨਾਂ ਦੇ ਸ਼ਿਕਾਰ ਤੱਕ ਪਹੁੰਚਦਾ ਓਕੇ ਤੇ ਦੈਨ ਉਹਨਾਂ ਦੀ ਇਮੇਜ ਆਪਣੇ ਮਾਈਂਡ 'ਚ ਕ੍ਰੀਏਟ ਕਰ ਲੈਂਦੀਆਂ ਨੇ ਤੇ ਆਪਣੇ ਸ਼ਿਕਾਰ ਨੂੰ ਪਕੜ ਲੈਂਦੀਆਂ ਨੇ। ਡਿਸਟ੍ਰੀਬਿਊਸ਼ਨਲ ਰੇਂਜ ਹੈ ਜਿਹੜੀ ਗੰਗਾਸ ਰਿਵਰ ਡੋਲਫਿਨ ਦੀ ਉਹ ਕਿੰਨੀ ਹੈ ਓਵਰ 10,000 ਕਿਲੋਮੀਟਰ ਆਫ ਗੰਗਾ ਬ੍ਰਹਮਪੁੱਤਰਾ ਮੇਘਨਾ ਐਂਡ ਦਾ ਸਾਂਗੂ ਕਰਨਫੁਲੀ ਰਿਵਰ ਸਿਸਟਮ ਇਨ ਬੰਗਲਾਦੇਸ਼ ਇੰਡੀਆ ਐਂਡ ਨੇਪਾਲ। ਸੋ ਉਹਨਾਂ ਨੇ ਪੁੱਛਿਆ ਨਾ ਕਿ ਸਿਰਫ ਇਹ ਅੱਪਰ ਗੰਗਾ 'ਚ ਮਿਲਦੇ ਆ, ਨਹੀਂ ਇਹ ਆਪਾਂ ਨੂੰ ਇੱਥੇ ਇੱਥੇ ਮਿਲਦੇ ਆ ਜਿਹੜੇ ਤੁਹਾਨੂੰ ਆਪਸ਼ਨਸ ਦੱਸੇ ਨੇ ਓਕੇ। ਤੇ ਇੱਕ ਹੋਰ ਗੱਲ ਇਹ ਫਰੈਸ਼ ਵਾਟਰ ਹੈ ਤੇ ਬਲਾਈਂਡ ਹੁੰਦੀ ਹੈ, ਇਹ ਦੋਨੋਂ ਚੀਜ਼ ਠੀਕ ਹੈ ਠੀਕ ਹੈ ਜੀ। ਸੋ ਫਸਟ ਸਟੇਟਮੈਂਟ ਕਰੈਕਟ ਹੈ, ਸੈਕਿੰਡ ਸਟੇਟਮੈਂਟ ਗਲਤ ਹੈ। ਸੋ ਆਨਸਰ ਆਊਗਾ ਆਪਸ਼ਨ ਨੰਬਰ ਏ। ਉਹ ਤੋਂ ਬਾਅਦ ਕੇਨ ਬੇਟਵਾ ਲਿੰਕ ਪ੍ਰੋਜੈਕਟ ਫਸਟ ਪ੍ਰੋਜੈਕਟ ਹੈ ਅੰਡਰ ਨੈਸ਼ਨਲ ਪਰਸਪੈਕਟਿਵ ਪਲਾਨ ਫॉर ਇੰਟਰਲਿੰਕਿੰਗ ਆਫ ਰਿਵਰ। ਕੇਨ ਤੇ ਬੇਟਵਾ ਟ੍ਰਿਬਿਊਟਰੀਜ਼ ਆ ਗੋਦਾਵਰੀ ਰਿਵਰ ਦੀਆਂ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈ। ਦੇਖੋ ਥਰਡ ਮੀਟਿੰਗ ਹੈ ਜਿਹੜੀ ਸਟੀਅਰਿੰਗ ਕਮੇਟੀ ਦੀ ਹੋਈ ਕੇਨ ਬੇਟਵਾ ਲਿੰਕ ਪ੍ਰੋਜੈਕਟ ਦੇ ਬਾਰੇ ਠੀਕ ਹੈ। ਇਹ ਫਸਟ ਪ੍ਰੋਜੈਕਟ ਅੰਡਰ ਨੈਸ਼ਨਲ ਪਰਸਪੈਕਟਿਵ ਪਲਾਨ ਜਿਹਦੇ ਵਿੱਚ ਰਿਵਰਸ ਨੂੰ ਇੰਟਰਲਿੰਕ ਕੀਤਾ ਜਾ ਰਿਹਾ ਹੈ। ਇਹਦਾ ਏਮ ਕੀ ਹੈ ਕੇਨ ਰਿਵਰ ਜੋ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ ਉਹਦੇ ਜਿਹੜਾ ਸਰਪਲਸ ਵਾਟਰ ਹੈ ਉਹਨੂੰ ਟ੍ਰਾਂਸਫਰ ਕਰਨਾ ਬੇਟਵਾ ਦੇ ਵਿੱਚ ਇਨ ਉੱਤਰ ਪ੍ਰਦੇਸ਼ ਤਾਂ ਕਿ ਉੱਥੇ ਦਾ ਜਿਹੜਾ ਡਰਾਊਟ ਪ੍ਰੋਨ ਬੁੰਦੇਲਖੰਡ ਰੀਜਨ ਹੈ ਉੱਥੇ ਤੱਕ ਪਾਣੀ ਪਹੁੰਚਾਇਆ ਜਾਵੇ ਠੀਕ ਹੈ। ਸੋ ਸੈਕਿੰਡ ਸਟੇਟਮੈਂਟ ਗਲਤ ਹੈ ਬਿਕੋਜ਼ ਕੇਨ ਤੇ ਬੇਟਵਾ ਟ੍ਰਿਬਿਊਟਰੀਜ਼ ਹੈ ਯਮੁਨਾ ਦੀ ਨਾ ਕਿ ਗੋਦਾਵਰੀ ਰਿਵਰ ਦੀ। ਸੋ ਪਹਿਲਾ ਠੀਕ ਹੈ ਸੈਕਿੰਡ ਗਲਤ ਹੈ। ਸੋ ਪੁੱਛਿਆ ਨਾ ਵੀ ਕਿਹੜਾ ਕਰੈਕਟ ਨਹੀਂ ਹੈ ਸੋ ਆਪਸ਼ਨ ਆਊਗਾ ਬੀ। ਨੈਕਸਟ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਨੇ। ਇੰਡੀਆ ਹੈਜ਼ ਲਾਰਜੈਸਟ ਨੰਬਰ ਆਫ ਵਾਈਲਡ ਏਸ਼ੀਅਨ ਐਲੀਫੈਂਟਸ ਇਨ ਵਰਲਡ। ਪਲਾਨ ਬੀ ਹੈ ਜਿਹੜਾ ਉਹ ਮੈਥਡ ਹੈ ਬਾਈ ਨਾਰਥ ਈਸਟ ਫਰੰਟੀਅਰ ਰੇਲਵੇ ਦਾ ਤਾਂ ਕਿ ਐਲੀਫੈਂਟਸ ਨੂੰ ਬਚਾਇਆ ਜਾਵੇ। ਪ੍ਰੋਜੈਕਟ ਐਲੀਫੈਂਟ ਇੱਕ ਸੈਂਟਰਲ ਸੈਕਟਰ ਸਕੀਮ ਹੈ ਬਾਈ ਗਵਰਨਮੈਂਟ ਆਫ ਇੰਡੀਆ। ਮੋਨੀਟਰਿੰਗ ਦਾ ਇਲੀਗਲ killing of elephants that is MIC ਇਹਨੂੰ ਐਸਟੈਬਲਿਸ਼ ਕੀਤਾ ਸੀ ਇੰਟਰਨੈਸ਼ਨਲ ਕਾਨਫਰੰਸ ਔਨ ਹਿਊਮਨ ਵਾਈਲਡ ਲਾਈਫ ਕਨਫਲਿਕਟ ਐਂਡ ਕੋ ਐਗਜ਼ਿਸਟੈਂਸ ਨੇ ਠੀਕ ਹੈ। ਸੋ ਦੇਖਦੇ ਕਿਹੜੀ ਸਟੇਟਮੈਂਟ ਕਰੈਕਟ ਹੈ। ਦੇਖੋ ਪਹਿਲਾ ਇੰਡੀਆ ਦੇ ਵਿੱਚ ਲਾਰਜੈਸਟ ਨੰਬਰ ਆਫ ਵਾਈਲਡ ਏਸ਼ੀਅਨ ਐਲੀਫੈਂਟਸ ਹੈ ਦੈਟ ਇਜ਼ 29,964। ਅਗਰ ਆਪਾਂ 2017 ਦੇ ਸੈਂਸਸ ਦੀ ਗੱਲ ਕਰੀਏ ਜੋ ਕਿ ਪ੍ਰੋਜੈਕਟ ਐਲੀਫੈਂਟ ਦੇ ਦੁਆਰਾ ਕੀਤਾ ਗਿਆ ਦੈਟ ਇਜ਼ 60% ਆਫ ਸਪੀਸ਼ੀਜ਼ ਆਫ ਗਲੋਬਲ ਪਾਪੂਲੇਸ਼ਨ ਮਤਲਬ 60% ਆਪਾਂ ਨੂੰ ਵਾਈਲਡ ਏਸ਼ੀਅਨ ਐਲੀਫੈਂਟਸ ਇੰਡੀਆ 'ਚ ਮਿਲਦੇ ਆ। ਪਲਾਨ ਬੀ ਹੈ ਜਿਹੜਾ ਉਹ ਨਾਰਥ ਈਸਟ ਫਰੰਟੀਅਰ ਰੇਲਵੇ ਨੇ ਅਡੋਪਟ ਕੀਤਾ ਸੀ ਐਜ਼ ਅ ਯੂਨੀਕ ਮੈਥਡ ਤਾਂ ਕਿ ਐਲੀਫੈਂਟਸ ਨੂੰ ਰੇਲਵੇ ਟਰੈਕਸ ਤੋਂ ਦੂਰ ਰੱਖਿਆ ਜਾਵੇ ਠੀਕ ਹੈ ਤੇ ਉਹਨਾਂ ਦੀ ਲਾਈਫਸ ਨੂੰ ਬਚਾਇਆ ਜਾਵੇ। ਪ੍ਰੋਜੈਕਟ ਐਲੀਫੈਂਟ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ 1992 ਦੇ ਵਿੱਚ ਲਾਂਚ ਕੀਤਾ ਐ ਸੈਂਟਰਲੀ ਸਪਾਂਸਰਡ ਸਕੀਮ ਨਾਟ ਐ ਸੈਂਟਰਲੀ ਸੈਕਟਰ ਸਕੀਮ ਸੈਂਟਰਲੀ ਸਪਾਂਸਰਡ ਸਕੀਮ ਦੇ ਤੌਰ ਤੇ ਲਾਂਚ ਕੀਤਾ ਗਿਆ ਸੀ ਓਕੇ। ਉਸ ਤੋਂ ਬਾਅਦ ਜਿਹੜੀ ਮਾਈਕ ਹੈ ਉਹਨੇ ਐਸਟੈਬਲਿਸ਼ ਕੀਤਾ ਸੀ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਸਪੀਸ਼ੀਜ਼ ਆਫ ਵਾਈਲਡ ਫਲੋਰਾ ਫਾਉਨਾ ਦੈਟ ਇਜ਼ ਸਾਈਟਸ ਜਦੋਂ ਕਿ 10th ਕਾਨਫਰੰਸ ਹੋਈ ਸੀ ਪਾਰਟੀਜ਼ ਦੀ 1997 ਦੇ ਵਿੱਚ। ਸੋ ਸਾਈਟਸ ਦੁਆਰਾ ਮਾਈਕ ਨੂੰ ਲੈ ਕੇ ਆਇਆ ਗਿਆ ਸੀ ਠੀਕ ਹੈ। ਮੈਜਰ ਕਰਦਾ ਲੈਵਲ ਟ੍ਰੈਂਡ ਤੇ ਕਿਸ ਤਰੀਕੇ ਨਾਲ ਐਲੀਫੈਂਟਸ ਹੈ ਜਿਹੜੇ ਉਹ ਮਰ ਰਹੇ ਨੇ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਤਾਂ ਕਿ ਸਪੋਰਟ ਕੀਤਾ ਜਾਵੇ ਇੰਟਰਨੈਸ਼ਨਲ ਡਿਸੀਜਨ ਮੇਕਿੰਗ ਜੋ ਕਿ ਜ਼ਰੂਰੀ ਹੈ ਐਲੀਫੈਂਟਸ ਨੂੰ ਬਚਾਉਣ ਦੇ ਲਈ ਏਸ਼ੀਆ ਤੇ ਅਫਰੀਕਾ ਦੇ ਵਿੱਚ। ਸੋ ਦੇਖੋ ਆਪਣੇ ਕੋਲ ਫਸਟ ਸਟੇਟਮੈਂਟ ਟਰੂ ਹੈ ਸੈਕਿੰਡ ਜਿਹੜੀ ਹੈ ਉਹ ਗਲਤ ਹੈ ਬਿਕੋਜ਼ ਨਾਰਥ ਈਸਟ ਫਰੰਟੀਅਰ ਰੇਲਵੇ ਦੁਆਰਾ ਇਹਨੂੰ ਅਪਲਾਈ ਕੀਤਾ ਗਿਆ ਸੀਗਾ ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ ਆਪਸ਼ਨ 1 ਕਰੈਕਟ ਹੈ 2 ਕਰੈਕਟ ਹੈ। ਥਰਡ ਗਲਤ ਹੈ ਬਿਕੋਜ਼ ਸੈਂਟਰਲੀ ਸਪਾਂਸਰਡ ਸਕੀਮ ਹੈ ਤੇ ਫੋਰਥ ਗਲਤ ਹੈ ਬਿਕੋਜ਼ ਸਾਈਟਸ ਦਾ ਇਨੀਸ਼ੀਏਟਿਵ ਹੈ ਮਾਈਕ। ਸੋ ਆਪਸ਼ਨ ਆਊਗਾ ਏ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਉਹ ਤੋਂ ਬਾਅਦ ਲਿਕੁਇਫਾਈਡ ਨੈਚੁਰਲ ਗੈਸ ਹੈ ਜਿਹੜਾ ਪ੍ਰੋਡਿਊਸ ਕਰਦਾ ਲੋ ਕਾਰਬਨ ਐਮਿਸ਼ਨ ਕੋਲ ਤੇ ਆਇਲ ਨਾਲੋਂ। LNG ਹੈ ਜਿਹੜਾ ਉਸ 'ਚ ਹਾਇਰ ਐਨਰਜੀ ਕੰਟੈਂਟ ਹੁੰਦਾ ਪਰ ਯੂਨਿਟ ਵੋਲਿਊਮ ਨੈਚੁਰਲ ਗੈਸ ਦੇ ਨਾਲੋਂ ਅਗਰ ਆਪਾਂ ਉਹਨੂੰ ਗੈਸ਼ੀਅਸ ਫਾਰਮ 'ਚ ਦੇਖੀਏ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ। ਪਹਿਲਾ LNG ਹੈ ਜਿਹੜਾ ਪ੍ਰੋਡਿਊਸ ਕਰਦਾ 40% ਲੈਸ ਕਾਰਬਨ ਡਾਈਆਕਸਾਈਡ ਕੋਲ ਦੇ ਨਾਲੋਂ ਤੇ 30% ਲੈਸ ਦੈਨ ਆਇਲ ਠੀਕ ਹੈ ਤਾਂ ਕਰਕੇ ਕਲੀਨੈਸਟ ਫੋਸਿਲ ਫਿਊਲ ਮੰਨਿਆ ਗਿਆ ਹੈ ਠੀਕ ਹੈ। ਇਹਦੇ ਵਿੱਚ ਸੂਟ ਵਗੈਰਾ ਜਿਹੜੀ ਉਹ ਐਮਿਟ ਨਹੀਂ ਹੁੰਦੀ ਨਾ ਹੀ ਡਸਟ ਪਾਰਟੀਕਲਸ ਵਗੈਰਾ ਕੁਝ ਐਮਿਟ ਹੁੰਦੇ ਆ ਠੀਕ ਹੈ ਜੀ। ਤੇ
ना ही ये सल्फर डाइऑक्साइड मरकरी या अदर कंपाउंड्स जो कि अर्थ ਦੇ ਐਟਮੋਸਫੇਅਰ ਲਈ ਹਾਰਮਫੁਲ ਉਹਨੂੰ ਰਿਲੀਜ਼ ਕਰਦਾ ਹੈ। ਸੋ ਪਹਿਲੀ ਸਟੇਟਮੈਂਟ ਕਰੈਕਟ ਹੈ। ਸੈਕਿੰਡ, ਵੋਲੂਮੈਟ੍ਰਿਕ એનર્ਜੀ ਡੈਂਸਿਟੀ ਹੈ ਜਿਹੜੀ LNG ਦੀ ਉਹ 2.4 ਟਾਈਮਸ ਜ਼ਿਆਦਾ ਹੈ ਦੈਨ ਕੰਪਰੈਸਡ ਨੈਚੁਰਲ ਗੈਸ ਦੈਟ ਇਜ਼ CNG ਤੋਂ, ਜਿਹੜਾ ਕਿ ਇਹਨੂੰ ਇਕਨੋਮਿਕਲ ਬਣਾਉਂਦਾ ਹੈ ਕਿ ਇਹਨੂੰ ਆਪਾਂ ਟਰਾਂਸਪੋਰਟ ਕਰ ਸਕਦੇ ਹਾਂ ਬਾਈ ਸ਼ਿਪ ਇਨ ਦਾ ਫਾਰਮ ਆਫ LNG। ਓਕੇ, ਜਿਹੜੀ ਐਨਰਜੀ ਡੈਂਸਿਟੀ LNG ਦੀ ਉਹ ਕੰਪੇਰੇਬਲ ਹੈ ਟੂ ਪ੍ਰੋਪੇਨ ਤੇ ਇਥੇਨੋਲ, ਬਟ ਇਹ ਓਨਲੀ 60% ਹੈ ਦੈਟ ਆਫ ਡੀਜ਼ਲ ਐਂਡ 70% ਆਫ ਗੈਸੋਲੀਨ। ਓਕੇ, ਸੋ ਇਹਦੇ ਵਿੱਚ ਪੁੱਛਿਆ ਨਾ ਕਿਹੜੀ ਸਟੇਟਮੈਂਟ ਕਰੈਕਟ ਹੈ, ਦੋਨੋਂ ਸਟੇਟਮੈਂਟਸ ਕਰੈਕਟ ਹੈ। ਸੋ ਆਪਸ਼ਨ ਆਊਗਾ C। ਨੈਕਸਟ, ਕਿਹੜੀ ਸਟੇਟਮੈਂਟ ਕਰੈਕਟ ਹੈ? ਵੈਟਲੈਂਡ ਇੰਟਰਨੈਸ਼ਨਲ ਇੱਕ ਲੌਤੀ ਗਲੋਬਲ ਨॉन ਫॉर प्रॉफिट ਆਰਗੇਨਾਈਜੇਸ਼ਨ ਹੈ ਜਿਹੜੀ ਡੈਡੀਕੇਟਿਡ ਹੈ ਟੂ ਕੰਜ਼ਰਵੇਸ਼ਨ ਐਂਡ ਰੀਸਟੋਰੇਸ਼ਨ ਆਫ ਵੈਟਲੈਂਡਸ। ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਪੈਨ ਇੰਡੀਆ ਵਾਈਲਡ ਲਾਈਫ ਰਿਸਰਚ ਆਰਗੇਨਾਈਜੇਸ਼ਨ ਹੈ। ਸੋ ਦੇਖੋ, ਵੈਟਲੈਂਡ ਇੰਟਰਨੈਸ਼ਨਲ ਓਨਲੀ ਗਲੋਬਲ ਨॉट ਫॉर प्रॉफिट ਆਰਗੇਨਾਈਜੇਸ਼ਨ ਹੈ ਜਿਹੜੀ ਡੈਡੀਕੇਟਿਡ ਹੈ ਕੰਜ਼ਰਵੇਸ਼ਨ ਤੇ ਰਿਸਟੋਰੇਸ਼ਨ ਦੇ ਲਈ ਵੈਟਲੈਂਡਸ ਦੇ। ਇਹ ਵਰਕ ਕਰਦੇ ਆ ਥਰੂ ਨੈਟਵਰਕ ਆਫ ਆਫਿਸਿਸ, ਪਾਰਟਨਰਸ ਐਂਡ ਐਕਸਪਰਟ ਤਾਂ ਕਿ ਗੋਲਸ ਨੂੰ ਅਚੀਵ ਕੀਤਾ ਜਾਵੇ। ਓਕੇ, ਤੇ ਜਿਹੜਾ ਮੋਸਟ ਆਫ ਦਾ ਵਰਕ ਹੈ ਉਹਨੂੰ ਫਾਈਨਾਂਸ ਕੀਤਾ ਜਾਂਦਾ ਔਨ ਪ੍ਰੋਜੈਕਟ ਬੇਸਿਸ ਬਾਈ ਗਵਰਨਮੈਂਟ ਐਂਡ ਪ੍ਰਾਈਵੇਟ ਡੋਨਰਸ। ਓਕੇ, ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਇੱਕ ਪੈਨ ਇੰਡੀਆ ਵਾਈਲਡ ਲਾਈਫ ਰਿਸਰਚ ਆਰਗੇਨਾਈਜੇਸ਼ਨ ਹੈ, has been promoting the cause of natural conservation since 1883। ਸੋ ਦੋਨੋਂ ਸਟੇਟਮੈਂਟਸ ਆ ਜਿਹੜੀਆਂ ਉਹ ਕਰੈਕਟ ਹੈ। ਠੀਕ ਹੈ, ਸੋ ਆਪਸ਼ਨ ਆਊਗਾ ਆਪਣੇ ਕੋਲ C। ਸੌਰੀ। ਨੈਕਸਟ, ਇਹਨਾਂ ਵਿੱਚ ਪੁੱਛਿਆ ਹੈ ਕਿਹੜੀ ਸਟੇਟਮੈਂਟ ਕਰੈਕਟ ਹੈ ਰਿਗਾਰਡਿੰਗ ਪਲਾਸਟਿਕ ਵੇਸਟ ਮੈਨੇਜਮੈਂਟ ਅਮੈਂਡਮੈਂਟ ਰੂਲ 2021। ਐਸੇ ਕੁਐਸਚਨਸ ਵੀ ਪੇਪਰ 'ਚ ਬਹੁਤ ਆਉਂਦੇ ਆ। ਇਹ ਬੈਨ ਕਰਦਾ ਹੈ ਮੈਨੂਫੈਕਚਰ, ਸਟਾਕ ਤੇ ਯੂਜ਼ ਕਰਨਾ ਕੈਰੀ ਬੈਗਸ ਆ ਜਿਹੜੇ ਵਰਜਨ ਜਾਂ ਰੀਸਾਈਕਲਿੰਗ ਪਲਾਸਟਿਕ ਦੇ ਬਣੇ ਹੋਏ ਆ, ਜਿਹੜਾ ਕਿ ਲੈਸ ਹੈ ਦੈਨ 75 ਮਾਈਕਰੋਨਸ। ਠੀਕ ਹੈ, ਇਹ ਬੈਨ ਲਗਾਉਂਦਾ ਕਿਹੜੀ ਕੋਮੋਡਿਟੀਜ਼ ਤੇ ਜੋ ਕਿ ਕੰਪੋਸਟੇਬਲ ਪਲਾਸਟਿਕ ਦੀਆਂ ਬਣੀਆਂ ਹੋਈਆਂ ਨੇ। ਠੀਕ ਹੈ, ਸੋ ਕਿਹੜੀ ਸਟੇਟਮੈਂਟਸ ਕਰੈਕਟ ਹੈ? ਦੇਖੋ, ਅਗਰ ਆਪਾਂ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ 2016 ਦੀ ਗੱਲ ਕਰੀਏ, ਠੀਕ ਹੈ, ਤਾਂ ਇਹ ਕੀ ਕਹਿੰਦਾ ਕਿ ਜਿਹੜੀ ਅਰਬਨ ਲੋਕਲ ਬੋਡੀਜ਼ ਹੈ ਉਹ ਬੈਨ ਕਰਨਗੀਆਂ ਪਲਾਸਟਿਕ ਜਿਹੜਾ ਕਿ 50 ਮਾਈਕਰੋਨ ਥਿਕ, ਜਿਹਦੀ ਥਿਕਨੈਸ 15 ਮਾਈਕਰੋਨ ਤੋਂ ਘੱਟ ਹੈ। ਠੀਕ ਹੈ, ਤੇ ਰਿਸਾਈਕਲ ਪਲਾਸਟਿਕ ਦੀ ਯੂਜ਼ੇਜ ਨੂੰ ਅਲਾਉ ਨਹੀਂ ਕੀਤਾ ਜਾਊਗਾ ਫੂਡ ਪੈਕਿੰਗ ਲਈ, ਬੈਵਰੇਜਿਸ ਲਈ ਜਾਂ ਅਦਰ ਈਟੇਬਲਸ ਲਈ। ਠੀਕ ਹੈ, ਇਹਨਾਂ ਨੇ ਇੰਟਰੋਡਿਊਸ ਕੀਤਾ EPR ਦੈਟ ਇਜ਼ ਐਕਸਟੈਂਡਿਡ ਪ੍ਰੋਡਿਊਸਰ ਰਿਸਪੌਂਸਿਬਿਲਿਟੀ ਦਾ ਕੰਸੈਪਟ ਮੈਨੇਜ ਕਰਨ ਦੇ ਲਈ ਪਲਾਸਟਿਕ ਨੂੰ ਇੰਡੀਆ ਦੇ ਵਿੱਚ। EPR ਦਾ ਮਤਲਬ ਕੀ ਹੈ? ਰਿਸਪੌਂਸਿਬਿਲਿਟੀ ਹੈ ਪ੍ਰੋਡਿਊਸਰ ਦੀ ਫॉर ਇਨਵਾਇਰਮੈਂਟਲੀ ਸਾਊਂਡ ਮੈਨੇਜਮੈਂਟ ਆਫ ਪ੍ਰੋਡਕਟ ਅੰਟਿਲ ਦਾ ਐਂਡ ਆਫ ਇਟਸ ਲਾਈਫ। ਠੀਕ ਹੈ, ਉਹਦੇ ਬਾਅਦ ਪਲਾਸਟਿਕ ਵੇਸਟ ਮੈਨੇਜਮੈਂਟ ਅਮੈਂਡਮੈਂਟ ਰੂਲ 2021 ਦੀ ਗੱਲ ਕਰੀਏ ਤਾਂ ਇਹ ਬੈਨ ਕਰਦਾ ਹੈ ਮੈਨੂਫੈਕਚਰ, ਇੰਪੋਰਟ, ਸਟਾਕਿੰਗ ਤੇ ਡਿਸਟਰੀਬਿਊਸ਼ਨ, ਸੇਲ ਤੇ ਈਵਨ ਯੂਜ਼ ਕੈਰੀ ਬੈਗਸ ਆ ਜਿਹੜੇ ਵਰਜਨ ਜਾਂ ਫਿਰ ਰੀਸਾਈਕਲ ਪਲਾਸਟਿਕ ਦੇ ਬਣੇ ਹੋਏ ਆ ਜਿਹਦੀ ਕਿ ਕਿੰਨੀ ਥਿਕਨੈਸ ਤੋਂ ਘੱਟ ਹੈ 75 ਮਾਈਕਰੋਨਸ ਤੋਂ। ਸੋ ਪਹਿਲੀ ਸਟੇਟਮੈਂਟ ਕਰੈਕਟ ਹੈ। ਹੁਣ ਇਹਦੇ ਵਿੱਚ ਕਿਹੜੀ ਕਿਹੜੀ ਆਈਟਮਸ ਨੂੰ ਬੈਨ ਕੀਤਾ ਗਿਆ ਹੈ? ਈਅਰਬਡਸ ਵਿਦ ਪਲਾਸਟਿਕ ਸਟਿਕਸ, ਪਲਾਸਟਿਕ ਸਟਿਕ ਫॉर ਬਲੂਨਸ, ਪਲਾਸਟਿਕ ਫਲੈਗਸ, ਕੈਂਡੀ ਸਟਿਕਸ, ਆਈਸਕ੍ਰੀਮ ਸਟਿਕਸ, ਪੋਲੀਸਟਰੀਨ ਦੈਟ ਇਜ਼ ਥਰਮੋਕੋਲ ਫॉर ਡੈਕੋਰੇਸ਼ਨ, ਪਲਾਸਟਿਕ ਪਲੇਟਸ, ਕੱਪਸ, ਗਲਾਸਿਸ, ਕਟਲਰੀ ਜਿਵੇਂ ਫੋਰਕ, ਸਪੂਨ, ਨਾਈਫਸ, ਸਟ੍ਰॉ, ਟਰੇ, ਰੈਪਿੰਗ ਫਿਲਮ ਅਰਾਊਂਡ ਸਵੀਟ ਬਾਕਸਿਸ, ਇਨਵੀਟੇਸ਼ਨ ਕਾਰਡ, ਸਿਗਰਟ ਪੈਕਟਸ, ਪਲਾਸਟਿਕ ਔਰ PVC ਬੈਨਰ ਜਿਹੜੇ ਕਿ 100 ਮਾਈਕਰੋਨਸ ਤੋਂ ਘੱਟ ਹੈ। ਠੀਕ ਹੈ, ਜਿਹੜਾ ਇਹ ਬੈਨ ਹੈ ਇਹ ਉਹ ਕੋਮੋਡਿਟੀਜ਼ ਤੇ ਅਪਲਾਈ ਨਹੀਂ ਹੁੰਦਾ ਜਿਹੜੇ ਕਿ ਕੰਪੋਸਟੇਬਲ ਪਲਾਸਟਿਕ ਤੇ ਬਣੇ ਹੋਏ ਆ। ਸੋ ਸੈਕਿੰਡ ਸਟੇਟਮੈਂਟ ਗਲਤ ਹੋ ਗਈ। ਇਸ 'ਚ ਪੁੱਛਿਆ ਨਾ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ? ਪਹਿਲੀ ਠੀਕ ਹੈ, ਸੈਕਿੰਡ ਗਲਤ ਹੈ। ਸੋ ਆਪਸ਼ਨ A ਆਊਗਾ। ਆਪਾਂ ਨੇ 2021 ਦੇ ਰੂਲਸ ਯਾਦ ਰੱਖਣੇ ਆ। ਠੀਕ ਹੈ, ਤੇ ਕਿਹੜੀ ਕਿਹੜੀ ਬੈਨ ਕੀਤੀਆਂ ਹੋਈਆਂ, ਕਿੰਨੀ ਥਿਕਨੈਸ ਦੀ, ਉਹ ਯਾਦ ਰੱਖਣੀ ਹੈ। ਉਹ ਤੋਂ ਬਾਅਦ ਨੈਕਸਟ ਪੁੱਛਿਆ ਵੀ ਕਿਹੜੀ ਸਟੇਟਮੈਂਟ ਕਰੈਕਟ ਹੈ? ਕੋਲ ਮਾਈਨਿੰਗ ਲਾਰਜੈਸਟ ਸਿੰਗਲ ਸੋਰਸ ਹੈ ਗਲੋਬਲ ਐਂਥਰੋਪੋਜੈਨਿਕ ਮੀਥੇਨ ਐਮਿਸ਼ਨਸ ਦਾ। ਇੰਡੀਆ ਜਿਹੜਾ ਉਹ ਕਰੰਟਲੀ ਵਰਲਡ ਦੀ 4th ਲਾਰਜੈਸਟ ਮੀਥੇਨ ਐਮੀਟਰ ਹੈ, ਚਾਈਨਾ, ਯੂਨਾਈਟਿਡ ਸਟੇਟਸ ਤੇ ਰਸ਼ੀਆ ਤੋਂ ਬਾਅਦ। ਐਸੇ ਕੁਐਸਚਨਸ ਵੀ ਆ ਜਾਂਦੇ ਪੇਪਰ 'ਚ। ਸੋ ਦੇਖੋ, ਇਹ ਵਾਲਾ ਕੁਐਸਚਨ ਨਾ ਬਹੁਤ ਇੰਪੋਰਟੈਂਟ ਹੈ ਬਿਕੋਜ਼ ਇਹ ਤੁਹਾਨੂੰ ਇੱਕ ਇਹਨਾਂ ਵਿੱਚੋਂ ਕੋਈ ਵੀ ਸਟੇਟਮੈਂਟ ਐਜ਼ ਅ ਫੈਕਟ ਆ ਸਕਦੀ ਹੈ। ਠੀਕ ਹੈ, ਅਗਰ ਆਪਾਂ ਦੇਖੀਏ ਤਾਂ ਮੋਰ ਦੈਨ ਹਾਫ ਆਫ ਗਲੋਬਲ ਮੀਥੇਨ ਐਮਿਸ਼ਨ ਹੈ ਜਿਹੜਾ ਹਿਊਮਨ ਐਕਟੀਵਿਟੀਜ਼ ਤੋਂ ਆਉਂਦਾ ਹੈ। ਫੋਸਿਲ ਫਿਊਲਸ ਤੋਂ 35%, ਵੇਸਟ ਤੋਂ 20% ਤੇ ਐਗਰੀਕਲਚਰ ਤੋਂ 40%। ਸੋ ਅਗਰ ਪੇਪਰ 'ਚ ਤੁਹਾਨੂੰ ਆ ਜਾਏ ਕਿ ਸਭ ਤੋਂ ਜ਼ਿਆਦਾ ਮੀਥੇਨ ਕਿੱਥੋਂ ਪ੍ਰੋਡਿਊਸ ਹੁੰਦੀ ਹੈ ਤਾਂ ਐਗਰੀਕਲਚਰ ਤੋਂ ਪ੍ਰੋਡਿਊਸ ਹੁੰਦੀ ਹੈ। ਠੀਕ ਹੈ, ਐਗਰੀਕਲਚਰ ਲਾਰਜੈਸਟ ਸਿੰਗਲ ਸੋਰਸ ਹੈ ਗਲੋਬਲ ਐਂਥਰੋਪੋਜੈਨਿਕ ਮੀਥੇਨ ਐਮਿਸ਼ਨਸ ਦਾ। ਐਂਥਰੋਪੋਜੈਨਿਕ ਮੀਨ ਜਿਹੜੀ ਹਿਊਮਨ ਐਕਟੀਵਿਟੀਜ਼ ਕਰਕੇ ਰਿਲੀਜ਼ ਹੁੰਦੀ ਹੈ ਮੀਥੇਨ। ਓਕੇ,
ਇੰਡੀਆ ਹੈ ਜਿਹੜੀ ਉਹ ਕਰੰਟਲੀ ਵਰਲਡ ਦੀ 4th ਲਾਰਜੈਸਟ ਮਿਥੇਨ ਐਮੀਟਰ ਹੈ, ਚਾਈਨਾ, ਯੂਨਾਈਟਿਡ ਸਟੇਟਸ ਤੇ ਰਸ਼ੀਆ ਤੋਂ ਬਾਅਦ। ਇੰਡੀਆ ਦੇ ਵਿੱਚ ਵਰਲਡ ਦਾ ਲਾਰਜੈਸਟ ਕੈਟਲ ਪਾਪੂਲੇਸ਼ਨ ਹੈ ਤੇ ਸੈਕਿੰਡ ਲਾਰਜੈਸਟ ਰਾਈਸ ਪ੍ਰੋਡਿਊਸਰ ਹੈ ਇੰਡੀਆ, ਠੀਕ ਹੈ। ਤੇ ਜਿਹੜਾ ਐਗਰੀਕਲਚਰ ਸੈਕਟਰ ਐਮਿਟ ਕਰਦਾ 5 ਟਾਈਮਸ ਐਸ ਮਚ ਮਿਥੇਨ ਐਸ ਐਨਰਜੀ ਸੈਕਟਰ। ਮਤਲਬ ਐਗਰੀਕਲਚਰ ਤੇ ਐਨਰਜੀ ਸੈਕਟਰ ਨੂੰ ਅਗਰ ਆਪਾਂ ਕੰਪੇਅਰ ਕਰੀਏ, ਐਗਰੀਕਲਚਰ ਸੈਕਟਰ ਦੇ ਵਿੱਚ 5 ਟਾਈਮਸ ਜ਼ਿਆਦਾ ਮਿਥੇਨ ਪ੍ਰੋਡਿਊਸ ਹੁੰਦੀ ਹੈ। ਐਗਰੀਕਲਚਰ 61% ਹੈ ਟੋਟਲ ਮਿਥੇਨ ਐਮਿਸ਼ਨ ਦਾ, ਤੇ ਇੰਡੀਆ ਦਾ ਜਿਹੜਾ ਐਨਰਜੀ ਸੈਕਟਰ ਹੈ ਉਹਦੇ ਵਿੱਚ ਸਿਰਫ 16.4% ਜਨਰੇਟ ਹੁੰਦੀ ਹੈ, ਠੀਕ ਹੈ, ਐਸ ਪਰ ਗਲੋਬਲ ਮਿਥੇਨ ਟਰੈਕਰ। ਸੋ ਪੁੱਛਿਆ ਵੀ ਕਿਹੜੀ ਸਟੇਟਮੈਂਟਸ ਕਰੈਕਟ ਹੈ। ਦੇਖੋ ਇਹਦੇ ਵਿੱਚ ਆਪਸ਼ਨ 2 ਕਰੈਕਟ ਹੈ, ਬਿਕੋਜ਼ ਕੋਲ ਮਾਈਨਿੰਗ ਲਾਰਜੈਸਟ ਸਿੰਗਲ ਸੋਰਸ ਨਹੀਂ ਹੈ ਐਂਥਰੋਪੋਜੈਨਿਕ ਮਿਥੇਨ ਐਮਿਸ਼ਨ ਦਾ। ਕੀ ਹੈ? ਐਗਰੀਕਲਚਰ। ਓਕੇ, ਸੋ ਇਹਦੇ ਨਾਲ ਅੱਜ ਦੀ ਡਿਸਕਸ਼ਨ ਕੰਪਲੀਟ ਹੁੰਦੀ ਹੈ। ਸੈਕਿੰਡ ਪਾਰਟ ਆਪਾਂ ਜਲਦੀ ਡਿਸਕਸ ਕਰਾਂਗੇ। ਸੋ ਥੈਂਕ ਯੂ ਸੋ ਮਚ, ਮਿਲਦੇ ਹਾਂ ਜਲਦੀ।